मतलब रिजर्वेशन की गल है, ਜਿਹੜੀਆਂ ਸਰਕਾਰਾਂ ਚੁਣ ਕੇ ਆਉਂਦੀਆਂ ਨੇ, ਭਗਵੰਤ ਮਾਨ ਸਰਕਾਰ ਚੁਣ ਕੇ ਆਈ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਸਾਡੀਆਂ ਵੋਟਾਂ ਤੇ ਜਿੱਤ ਕੇ ਆਈ ਹੈ। ਲੇਕਿਨ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਇਹ ਕੀਤਾ ਕਿ ਜਿਹੜੇ ਇਹਨਾਂ ਨੇ ਇਸ਼ਤਿਹਾਰ ਦਿੱਤਾ ਇਹਨਾਂ ਦੇ ਲਾਅ ਅਫਸਰਾਂ ਦੀਆਂ ਨੌਕਰੀਆਂ ਭਰਨ ਦਾ, ਉਹਦੇ ਵਿੱਚ ਰਿਜ਼ਰਵੇਸ਼ਨ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਜੀ। ਸਾਡੇ ਪੱਤਰਕਾਰ ਬੰਧੂ ਕਹਿੰਦੇ ਸੀ ਵੀ ਉਹਨਾਂ ਕੋਲ ਲੈਟਰ ਹੈਗਾ, ਉਹਨਾਂ ਨੂੰ ਪ੍ਰੈਸ਼ਰ 'ਚ ਲੈ ਕੇ ਗੱਲ ਕੀਤੀ ਗਈ ਵੀ ਅਨਮੋਲ ਸਿੱਧੂ ਨੇ ਸ਼ਬਦ ਬੋਲੇ। मैं उन्होंने मंद बुद्धि कहांगा अनमोल तो सिद्धू नूं सीधे शब्दों के विच पीसी साहब नाल भी सीएम नाल मीटिंग हुई, बट उन्होंने सामने तो कह देंगे कि ਅਸੀਂ कर दूंगे, बट ਜਿਹੜਾ रिप्लाई सानू उत्थे जाके मिलता वो नहीं इंप्लीमेंट करना चाहते। बिना किसी कारण के, बिना किसी रीजन के, तो वो रिजर्वेशन हमारी छीन ली। 75 साल देश की आज़ादी के होने का है और आज भी इन लोगों के दिमाग में शेड्यूल कास्ट के लिए या दूसरे दो दलित वर्ग के लोग, उनकी ये मानसिकता इन लोगों की उल्ट हो रहा है। ठीक है ना, सरकार दी है जिम्मेवारी कि वोटा लैनिया और राज अपना करके संविधान की तुसी कसम खाते हो बैठ के, और कसम लैके उसके बाद अपनी अपनी गद्दियां ते आ जाते हो। चीफ मिनिस्टर बन के चीफ मिनिस्टर वाला काम करते हैं। ਉਹਨੂੰ ਲਾਗੂ ਕਰਨ ਦੀ ਬਜਾਏ ਇਹਨਾਂ ਨੇ ਇੱਕ ਐਫੀਸ਼ੀਐਂਸੀ ਔਰ ਕੰਪੀਟੈਂਸੀ ਦਾ ਮੁੱਦਾ ਉਠਾ ਕੇ ਇਹ ਕਹਿ ਦਿੱਤਾ ਕਿ ਭਈ ਅਸੀਂ ਜਿਹੜੇ ਲਾਭ ਅਫਸਰਾਂ ਦੀ ਨਿਯੁਕਤੀ ਦੇ ਵਿੱਚ ਰਿਜ਼ਰਵੇਸ਼ਨ ਨਹੀਂ ਦੇ ਸਕਦੇ ਕਿ ਉਹਨੂੰ ਸਾਡੀ ਕਾਬਲੀਅਤ ਤੇ ਸ਼ੱਕ ਤੇ ਇਦਾਂ ਦੀ ਜੇ ਗੱਲ ਹੈ ਤੇ ਖੁੱਲੇ ਮੈਦਾਨ ਦੇ ਵਿੱਚ ਉਹਨਾਂ ਨੂੰ ਐਲਾਨਿਆ ਜਾਂਦਾ। ਤੇ ਅਸੀਂ ਮੰਗ ਕਰਦੇ ਕਿ ਯੂਨੀਵਰਸਿਟੀ ਤੁਹਾਡੇ ਰਾਹੀਂ ਮੰਗ ਕਰਦੇ ਕਿ ਇਹ ਸਾਡੀਆਂ ਡਿਮਾਂਡਾਂ ਪੂਰੀ ਕੀਤੀ ਜਾਣ। ਸਾਡਾ ਧਰਨਾ ਹੁਣ ਵੀ ਅੱਜ 7ਵੇਂ ਦਿਨ ਲਗਾਤਾਰ ਚੱਲ ਰਿਹਾ ਹੈ। कमीशन ने जब उनको समन किया दोबारा से और उनसे पूछा कि आप लागू क्यों नहीं कर रहे, तो वो हाई कोर्ट चले गए। जिस समाज में कबीर दिए हों, जिस समाज में भगवान वाल्मीकि दिए, जो जिस समाज में रविदास जी, जिस समाज में अम्बेडकर जैसे महान आदमी पैदा हुए, उनकी एफिशिएंसी पर आप सवाल उठाते हैं। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਡਾਕਟਰ ਅੰਬੇਦਕਰ ਸੰਯੁਕਤ ਸੰਘਰਸ਼ ਮੋਰਚਾ ਹੁਣ ਬਣ ਚੁੱਕਿਆ ਆ, ਕਿਉਂਕਿ SC BC OBC ਜਾਂ SC ਸਾਰੇ ਅਲੱਗ-ਅਲੱਗ ਜਿਹੜੇ ਲੜ ਰਹੇ ਸੀ, ਪਰ ਹੁਣ ਇੱਕ ਮੋਰਚੇ ਦੇ ਥੱਲੇ ਉਹ ਇਕੱਠੇ ਹੋ ਚੁੱਕੇ ਨੇ। ਸਾਡੇ ਨਾਲ ਵੀ ਮੌਜੂਦ ਨੇ ਚੇਅਰਪਰਸਨ ਨੇ ਜਿਹੜੇ ਚੋਪੜਾ ਜੀ, ਉਹ ਵੀ ਨੇ। ਉਹਨਾਂ ਨੂੰ ਪੁੱਛਦੇ ਆ ਕੀ ਜ਼ਰੂਰਤ ਪੈ ਗਈ ਅੱਜ ਜਿਹੜਾ ਇਹ ਮੋਰਚਾ ਬਣਾਉਣਾ ਪਿਆ। ਸਰ ਜੀ, ਇਹ ਮੋਰਚਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਤੁਹਾਨੂੰ ਪਤਾ ਹੀ ਹੈ, ਪ੍ਰੈਸ ਵਾਲਿਆਂ ਨੂੰ, ਸਾਡੇ ਪੰਜਾਬ ਦੇ ਵਿੱਚ, ਹਰਿਆਣਾ, ਚੰਡੀਗੜ੍ਹ ਦੇ ਵਿੱਚ ਵੱਖ-ਵੱਖ ਜਥੇਬੰਦੀਆਂ, ਸੈਂਕੜੇ ਜਥੇਬੰਦੀਆਂ ਨੇ ਆਪਣੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਉਹ ਸੰਘਰਸ਼ ਕਰਦੀਆਂ ਨੇ, ਪਰੰਤੂ ਕੋਈ ਰਿਜ਼ਲਟ ਨਹੀਂ ਆਉਂਦਾ। ਅਤੇ ਉਸ ਤੋਂ ਵੀ ਜ਼ਿਆਦਾ ਜੋ ਅੱਜ ਸਾਡੇ ਸਮਾਜ ਦੇ ਨਾਲ ਹੋ ਰਿਹਾ ਹੈ, ਜਿਵੇਂ ਕਿ ਰਿਜ਼ਰਵੇਸ਼ਨ ਪਾਲਿਸੀ ਹੈ, ਜਾਂ ਸਾਡੇ ਅਧਿਕਾਰਾਂ ਦੀ ਗੱਲ ਹੈ, ਜਾਂ ਐਟਰੋਸਿਟੀ ਐਕਟ ਦੀ ਗੱਲ ਹੈ, ਜਾਂ ਟੀਚਰਾਂ ਦੀ ਜਿਹੜੀ ਭਰਤੀ ਆ ਉਹਦੀ ਗੱਲ ਹੈ, ਉਹਦੇ ਵਿੱਚ ਰਿਜ਼ਰਵੇਸ਼ਨ ਦੀ ਗੱਲ ਹੈ। ਇਹ ਮਤਲਬ ਰਿਜ਼ਰਵੇਸ਼ਨ ਦੀ ਗੱਲ ਹੈ, ਜਿਹੜੀਆਂ ਸਰਕਾਰਾਂ ਚੁਣ ਕੇ ਆਉਂਦੀਆਂ ਨੇ, ਭਗਵੰਤ ਮਾਨ ਸਰਕਾਰ ਚੁਣ ਕੇ ਆਈ ਹੈ, ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਉਹ ਸਾਡੀਆਂ ਵੋਟਾਂ ਤੇ ਜਿੱਤ ਕੇ ਆਈ ਹੈ। ਤੁਸੀਂ ਬਾਕੀ ਸਾਰੇ ਜਿੰਨੇ ਵੀ ਇਲੈਕਸ਼ਨ ਹੋਇਆ ਉਹਦੇ ਵਿੱਚ ਤੁਸੀਂ ਡਿਵਾਈਡ ਕਰਕੇ ਦੇਖ ਲਓ ਵੱਖ-ਵੱਖ ਬੰਦਿਆਂ ਨੂੰ, ਉਹ ਕਿਸੇ ਦਾ ਬਹੁਮਤ ਉਦੋਂ ਤੱਕ ਨਹੀਂ ਜਿੱਧਰ ਸਾਡਾ ਸਮਾਜ ਗਿਆ, ਉਧਰ ਹੀ ਉਹੀ ਲੋਕ ਜਿੱਤੇ ਨੇ। ਆਪ ਵਾਲਿਆਂ ਨੂੰ ਜਿਤਾਇਆ ਸਾਡੇ ਲੋਕਾਂ ਨੇ। ਇਸ ਕਰਕੇ ਆਪ ਵਾਲੇ ਹੀ ਜਿਹੜੀਆਂ ਸਰਕਾਰਾਂ ਨੇ, ਸਰਕਾਰ ਦੀ ਬੇਸਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਵੀ ਆਪਣੇ ਸਮਾਜ ਦੇ ਜਿਹੜੇ ਉਹਦੇ ਅਧਿਕਾਰ ਨੇ ਉਹਨਾਂ ਦੀ ਰੱਖਿਆ ਕਰਨੀ। ਲੇਕਿਨ ਕੰਮ ਉਲਟ ਹੋ ਰਿਹਾ ਹੈ। ठीक है ना, सरकार दी है जिम्मेवारी कि वोटा ले लिया और राज अपना करके संविधान की तुसी कसम खाते हो बैठ के, और कसम लैके उसके बाद अपनी अपनी गद्दियां ते आ जाते हो। चीफ मिनिस्टर बन के चीफ मिनिस्टर वाला काम करते हो, उन्होंने ऊच नीच का काम नहीं करना। वो तो अज कल का ही असी पढ़िया रात जी उत्थे मोर्चा विड्रा करने की खबर है, वो मैनू लगता फेक खबर है। जे फेक नहीं है तो चलाकी की गई है कि नहीं जी वाल्मीकि समाज नूं बुला लिया। ये ऐसा नहीं, वो ਸਾਡੇ ਵਿੱਚ ਆਪਸ ਵਿੱਚ ਸਾਡੇ ਭਰਾਵਾਂ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀ। ਇਸੇ ਕਰਕੇ ਅਸੀਂ ਜਿਹੜੀਆਂ ਇੱਦਾਂ ਦੀਆਂ ਕੋਝੀਆਂ ਚਾਲਾਂ ਖੇਡੀਆਂ ਜਾ ਰਹੀਆਂ ਸਰਕਾਰਾਂ ਵੱਲੋਂ, ਉਹਨਾਂ ਨੂੰ ਅਸਫਲ ਕਰਨ ਵਾਸਤੇ ਅਸੀਂ ਇਹ ਮੋਰਚਾ ਬਣਾਇਆ। ਤੁਸੀਂ ਇੱਕ ਹੋ ਗਏ ਹੋ, ਪਰ ਪੰਜਾਬ ਦੇ ਕੁਝ ਜਥੇਬੰਦੀਆਂ ਨਾਲ ਮੀਟਿੰਗ ਹੋਈ, ਜਿਸ ਤਰੀਕੇ ਨਾਲ ਉਹਨਾਂ ਨੇ, ਤੁਸੀਂ ਵੀ ਗੱਲ ਕਰ ਰਹੇ ਹੋ ਕਿ ਕੇਵਲ ਉਹਨਾਂ ਨੇ ਇੱਕ ਸਮਾਜ ਜਾਂ ਇੱਕ ਭਾਈਚਾਰੇ ਨੂੰ ਕਾਲ ਦਿੱਤੀ ਆ, ਬਾਕੀ ਜਿਵੇਂ ਤੁਸੀਂ ਲੜ ਰਹੇ ਹੋ SC BC ST ਉਹ ਸਾਰੇ ਬਾਹਰ ਕੱਢਦੇ ਆ। ਹਾਂ ਜੀ, ਇਹ ਉਹਨਾਂ ਦੀ ਕੋਝੀ ਚਾਲ ਹੈ। ਠੀਕ ਹੈ ਜੀ, ਇਹ ਉਹਨਾਂ ਨੂੰ ਅਸੀਂ ਪੁੱਛਿਆ ਵੀ ਇਹ ਕੋਝੀ ਚਾਲ ਹੈ, ਹੋ ਸਕਦਾ, ਮੈਂ ਪਹਿਲਾਂ ਵੀ ਕਿਹਾ ਵੀ ਇਹ ਖਬਰ ਹੋ ਸਕਦਾ ਫੇਕ ਖਬਰ ਹੋਵੇ। ਠੀਕ ਹੈ ਜੀ, 19 ਤਰੀਕ ਦਾ ਜੋ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੈ, ਰਾਤ ਸਾਨੂੰ ਵੈਸੇ ਫੋਨ ਆਇਆ ਸੀਗਾ, ਪਰੰਤੂ ਇਹ ਅਸੀਂ ਅਜਿਹਾ ਹੋਣ ਨਹੀਂ ਦੇਵੇ। ਇਹ ਸਰਕਾਰ ਦੀ ਪਾਲਿਸੀ ਹੈ ਵੀ ਲੜਾਓ ਇਹਨਾਂ ਨੂੰ, ਆਪਸ ਵਿੱਚ ਲੜਾ ਕੇ ਰਾਜ ਕਰੋ। ਸਾਡੇ ਤੇ ਪਹਿਲਾਂ ਵੀ ਇਸੇ ਤਰ੍ਹਾਂ ਵੋਟਾਂ ਬਟੋਰੀਆਂ ਜਾ ਰਹੀਆਂ ਨੇ, ਡਿਵਾਈਡ ਐਂਡ ਰੂਲ ਵਾਲੀ ਪਾਲਿਸੀ ਹੈ। ਇਹ ਬਿਲਕੁਲ ਨਹੀਂ। ਹੁਣ ਜੋ ਇਹਨਾਂ ਕਾਰਨਾਂ ਕਰਕੇ ਅਸੀਂ ਇਹ ਸੰਘਰਸ਼ ਮੋਰਚਾ ਬਣਾਇਆ, ਇਹ ਪਲੇਟਫਾਰਮ ਬਣਾਇਆ ਤਾਂ ਕਿ ਅਸੀਂ ਇਹਦੇ ਅਗੇਂਸਟ ਜੋ ਵੀ ਸਾਡੇ ਸਮਾਜ ਦੇ ਪ੍ਰਤੀ, ਸਾਡਾ ਜੋ ਵੀ ਸਮਾਜ ਦੇ ਪ੍ਰਤੀ ਜਾਂ ਸੰਵਿਧਾਨ ਨੂੰ ਮਤਲਬ
ਪੋਲੇ ਪੋਲੇ ਉਹਨੂੰ ਕੋਰੇ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਛੇੜਛਾੜ ਦੀ। ਇਸੇ ਕਰਕੇ ਅਸੀਂ ਸੰਘਰਸ਼ ਮੋਰਚਾ ਜਿਹੜਾ ਬਣਾਇਆ, ਅਸੀਂ ਅੱਜ ਤੋਂ ਬਾਅਦ ਅਸੀਂ ਇਸ ਤੁਹਾਡਾ ਮੀਡੀਆ ਜੋ ਹੈ PTC ਪੰਜਾਬ TV ਪੰਜਾਬੀ TV ਦੇ ਮਾਧਿਅਮ ਦੇ ਨਾਲ ਅਸੀਂ ਭਗਵੰਤ ਮਾਨ ਸਰਕਾਰ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ, ਅਗਰ ਸਾਡੇ ਸਮਾਜ ਦੇ ਖਿਲਾਫ ਸਾਡੀ ਬਣਦੀ ਰਿਜ਼ਰਵੇਸ਼ਨ ਨਾ ਦਿੱਤੀ ਗਈ ਔਰ ਸਾਡੇ ਮੁੱਦਿਆਂ ਤੇ ਨਾ ਧਿਆਨ ਕੀਤਾ ਗਿਆ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡਾ ਸੰਘਰਸ਼ ਇੱਥੋਂ ਐਲਾਨ ਕਰਦੇ ਹਾਂ। ਅਸੀਂ ਤੁਹਾਡੇ ਨਾਲ ਫੇਰ ਜੁੜਦੇ ਹਾਂ ਅਸੀਂ, ਪਰ ਕੁਝ ਹੋਰ ਸਾਥੀ ਹੈ। AG ਵਾਲਾ ਕੀ ਮਾਮਲਾ ਹੈ, ਐਡਵੋਕੇਟ ਜਨਰਲ ਵਾਲਾ? AG ਵਾਲਾ ਮਾਮਲਾ ਇਹ ਹੈ ਕਿ ਬਈ ਇਹਨਾਂ ਨੇ ਆਪਣੀਆਂ ਜਿਹੜੀ ਆ ਐਡ ਦਿੱਤੀ ਸੀਗੀ ਅਖਬਾਰ ਦੇ ਵਿੱਚ, ਇਸ਼ਤਿਹਾਰ ਦਿੱਤਾ ਸੀਗਾ, ਲਾ ਅਫਸਰ ਜਿਹੜੇ ਆ, ਕਾਨੂੰਨੀ ਅਫਸਰ ਜਿਹੜੇ ਹੈਗੇ ਆ, ਜਿਹੜੇ ਕਿ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਉਹਨਾਂ ਦੀ ਨਿਯੁਕਤੀ ਹੋਣੀ ਸੀਗੀ। ਇਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਇਹਦੇ ਵਿੱਚ ਕੋਈ ਵੀ ਰੈਜ਼ਰਵੇਸ਼ਨ ਦੀ ਪ੍ਰੋਵੀਜ਼ਨ ਨਹੀਂ ਸੀ ਦਿੱਤੀ ਗਈ, ਜਿਸ ਕਰਕੇ SC BC ਸਮਾਜ ਦੇ ਵਿੱਚ ਰੋਸ ਫੈਲ ਗਿਆ, ਕਿਉਂਕਿ ਇਹਦੇ ਵਿੱਚ ਸੰਵਿਧਾਨ ਦੇ ਵਿੱਚ ਵੀ ਆਰਟੀਕਲ 16 ਦੇ ਵਿੱਚ ਔਰ ਪੰਜਾਬ ਦਾ ਜਿਹੜਾ SC BC ਰੈਜ਼ਰਵੇਸ਼ਨ ਐਕਟ ਹੈ, ਰੈਜ਼ਰਵੇਸ਼ਨ ਇਨ ਸਰਵਿਸਿਜ਼ 2006 ਵਾਲਾ ਜਿਹੜਾ ਐਕਟ ਹੈ, ਉਹਦੇ ਵਿੱਚ ਇਹ ਬੜਾ ਸਪਸ਼ਟ ਤੌਰ ਤੇ ਕੀਤਾ ਗਿਆ ਹੈਗਾ, ਲਿਖਿਆ ਗਿਆ ਹੈਗਾ ਕਿ ਜਿਹੜੇ SC BC ਦੇ ਕੈਂਡੀਡੇਟਸ ਨੇ ਉਹਨਾਂ ਨੂੰ ਰੈਜ਼ਰਵੇਸ਼ਨ ਮਿਲੇਗੀ। ਲੇਕਿਨ ਇਹਨਾਂ ਨੇ ਬੜੀ ਚਲਾਕੀ ਦੇ ਨਾਲ ਇਹ ਕੀਤਾ ਕਿ ਜਿਹੜੇ ਇਹਨਾਂ ਨੇ ਇਸ਼ਤਿਹਾਰ ਦਿੱਤਾ ਇਹਨਾਂ ਦੇ ਲਾਅ ਅਫਸਰਾਂ ਦੀਆਂ ਨੌਕਰੀਆਂ ਭਰਨ ਦਾ, ਉਹਦੇ ਵਿੱਚ ਰੈਜ਼ਰਵੇਸ਼ਨ ਦੇ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਸੀ। ਇਸ ਕਰਕੇ ਜਿਹੜੇ ਅਫੈਕਟਡ ਜਿਹੜੇ ਜਿਨ੍ਹਾਂ ਉੱਪਰ ਇਹਦਾ ਇਫੈਕਟ ਹੋਣਾ ਸੀਗਾ, ਉਹ ਸਾਰੇ ਵਕੀਲਾਂ ਦੀ ਜਿਹੜੀ ਜਥੇਬੰਦੀ ਸੀਗੀ, ਜਿਹਦੇ ਪ੍ਰਧਾਨ ਮਿਸਟਰ OP ਇੰਦਲ ਸੀਗੇ, ਉਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਰਿਪਰੈਜ਼ੈਂਟੇਸ਼ਨ ਦਿੱਤੀ, ਅਪੀਲ ਕੀਤੀ, ਤੇ ਉਹਦੇ ਨਾਲ ਹੀ ਉਹਨਾਂ ਨੇ ਜਿਹੜਾ ਨੈਸ਼ਨਲ SC ਕਮਿਸ਼ਨ ਹੈਗਾ, ਅਨੁਸੂਚਿਤ ਜਾਤੀ ਦਾ ਜਿਹੜਾ ਰਾਸ਼ਟਰੀ ਕਮਿਸ਼ਨ ਹੈਗਾ ਦਿੱਲੀ ਦੇ ਵਿੱਚ, ਉਹਨਾਂ ਨੂੰ ਅਪੀਲ ਕੀਤੀ ਕਿ ਔਰ ਇਸ ਤੋਂ ਪਹਿਲਾਂ ਜਿਹੜੀ ਪਹਿਲੀ ਸਰਕਾਰ ਸੀਗੀ ਭਗਵੰਤ ਮਾਨ ਦੀ ਸਰਕਾਰ ਤੋਂ ਆਉਣ ਤੋਂ ਪਹਿਲਾਂ, ਇਹਨਾਂ ਨੇ 9 ਦਸੰਬਰ 2021 ਨੂੰ ਫੈਸਲਾ ਕੀਤਾ ਕਿ ਇਹ ਜਿਹੜੀ ਰੈਜ਼ਰਵੇਸ਼ਨ ਆ ਇਹ 2006 ਵਾਲਾ ਜਿਹੜਾ ਐਕਟ ਹੈ ਉਹਦੇ ਮੁਤਾਬਕ ਲਾਗੂ ਕੀਤੀ ਜਾਊਗੀ। ਉਹਨਾਂ ਨੇ 9/12/2021 ਨੂੰ ਐਡਵੋਕੇਟ ਜਨਰਲ ਪੰਜਾਬ ਨੂੰ ਚਿੱਠੀ ਲਿਖੀ ਕਿ ਵੀ ਇਹਨੂੰ ਲਾਗੂ ਕੀਤਾ ਜਾਵੇ, ਔਰ ਨੈਸ਼ਨਲ ਕਮਿਸ਼ਨ ਜਿਹੜਾ ਆ ਫॉर SC ਹੈਗਾ, ਉਹਨਾਂ ਨੇ ਇਹਦੇ ਬਾਰੇ ਵੀ ਫੈਸਲਾ ਕੀਤਾ ਕਿ ਇਹ 2006 ਵਾਲਾ ਜਿਹੜਾ ਐਕਟ ਹੈਗਾ ਉਹਨੂੰ ਲਾਗੂ ਕੀਤਾ ਜਾਵੇ, ਉਹਦੇ ਮੁਤਾਬਕ ਜਿੰਨੀ ਵੀ ਰੈਜ਼ਰਵੇਸ਼ਨ ਬਣਦੀ ਆ ਉਹ SC BC ਦੇ ਜਿਹੜੇ ਕੈਂਡੀਡੇਟਸ ਹੈਗੇ ਉਹਨਾਂ ਨੂੰ ਦਿੱਤੀ ਜਾਵੇ। ਲੇਕਿਨ ਬਹੁਤ ਹੀ ਚਲਾਕੀ ਦੇ ਨਾਲ, ਬੜੇ ਹੀ ਇੱਕ ਸਾਜ਼ਿਸ਼ਾਨਾ ਤਰੀਕੇ ਦੇ ਨਾਲ ਅਨਮੋਲ ਰਤਨ ਸਿੰਘ ਸਿੱਧੂ, ਜਿਹੜੇ ਕਿ ਨਵੀਂ ਜਿਹੜੀ ਸਰਕਾਰ ਬਣੀ ਸੀ ਮਾਰਚ ਦੇ ਵਿੱਚ, ਉਹਨਾਂ ਦੀ ਨਿਯੁਕਤੀ ਹੋਈ ਸੀਗੀ, ਉਹਨਾਂ ਨੇ 16 ਅਪ੍ਰੈਲ 2022 ਨੂੰ ਇਹਨੂੰ ਲਾਗੂ ਕਰਨ ਦੀ ਬਜਾਏ ਪੰਜਾਬ ਸਰਕਾਰ ਦਾ ਜਿਹਨੂੰ ਕਹਿੰਦੇ ਕੰਸੀਡਰਡ ਫੈਸਲਾ, ਇੱਕ ਕੌਨਸ਼ੀਅਸ ਫੈਸਲਾ, ਇੱਕ ਸੁਚੇਤ ਤੌਰ ਤੇ ਜਿਹੜਾ ਫੈਸਲਾ ਕੀਤਾ ਗਿਆ ਸੀਗਾ, ਉਹਨੂੰ ਲਾਗੂ ਕਰਨ ਦੀ ਬਜਾਏ ਇਹਨਾਂ ਨੇ ਇੱਕ ਐਫੀਸ਼ੀਐਂਸੀ ਔਰ ਕੰਪੀਟੈਂਸੀ ਦਾ ਮੁੱਦਾ ਉਠਾ ਕੇ ਇਹ ਕਹਿ ਦਿੱਤਾ ਕਿ ਬਈ ਅਸੀਂ ਜਿਹੜੇ ਲਾ ਅਫਸਰਾਂ ਦੀ ਨਿਯੁਕਤੀ ਦੇ ਵਿੱਚ ਰੈਜ਼ਰਵੇਸ਼ਨ ਨਹੀਂ ਦੇ ਸਕਦੇ। ਲੇਕਿਨ ਇਹਨਾਂ ਦਾ ਜਿਹੜਾ ਇਹਦਾ ਫੈਸਲਾ ਸੀਗਾ, ਜਿਹੜਾ ਇਹਦੀ ਐਡਵਾਈਸ ਸੀਗੀ, ਬੜੀ ਗਲਤ ਸੀਗੀ, ਕਿਉਂਕਿ ਜਿਹੜੇ ਐਡਵੋਕੇਟ ਜਨਰਲ ਹੈ ਇਹਨਾਂ ਨੇ ਸਰਕਾਰ ਦੇ ਫੈਸਲਿਆਂ ਨੂੰ ਲਾਗੂ ਕਰਨਾ ਆ, ਨੀਤੀਆਂ ਨੂੰ ਲਾਗੂ ਕਰਨਾ, ਕਾਨੂੰਨ ਨੂੰ ਲਾਗੂ ਕਰਨਾ ਆ। ਉਹਨਾਂ ਨੂੰ ਸਲਾਹ ਪੁੱਛੀ ਨਹੀਂ ਸੀ ਗਈ, ਲੇਕਿਨ ਬਿਨਾਂ ਪੁੱਛੇ ਤੋਂ ਉਹਨਾਂ ਨੇ ਕਹਿਤਾ ਵੀ ਇਹ ਰੈਜ਼ਰਵੇਸ਼ਨ ਲਾਗੂ ਨਹੀਂ ਹੋਏਗੀ, ਕਿਉਂਕਿ ਪਾਰਲੀਮੈਂਟ ਦੇ ਵਿੱਚ ਰੈਜ਼ਰਵੇਸ਼ਨ ਹੈ ਔਰ ਵਿਧਾਨ ਸਭਾਵਾਂ ਦੇ ਵਿੱਚ ਰੈਜ਼ਰਵੇਸ਼ਨ ਹੈਗੀ, ਜਿਹੜੇ ਮਿਊਨਿਸਪਲ ਕਾਰਪੋਰੇਸ਼ਨ ਹੈਗੇ ਆ, ਪੰਚਾਇਤੀ ਰਾਜ ਇੰਸਟੀਟਿਊਸ਼ਨ ਹੈਗੀਆਂ, ਉਹਨਾਂ ਵਿੱਚ ਰੈਜ਼ਰਵੇਸ਼ਨ ਹੈਗੀ ਹੈ। ਸਾਰੀਆਂ ਨੌਕਰੀਆਂ ਵਿੱਚ, UPSC ਦੇ ਵਿੱਚ, IAS PCS, ਡਾਕਟਰ, ਇੰਜੀਨੀਅਰ, ਬੈਂਕਾਂ ਦੇ ਵਿੱਚ ਰੈਜ਼ਰਵੇਸ਼ਨ ਹੈ। ਇਹਦੇ ਵਿੱਚ ਕਿਉਂ? ਹਾਂਜੀ, ਕੀ ਸਰਕਾਰ ਦੇ ਰਵੱਈਏ ਨੂੰ ਤੁਸੀਂ ਦੇਖ ਰਹੇ ਹੋ ਇਸ ਤਰੀਕੇ? ਜਿਹੜੀ ਸਰਕਾਰ ਤੁਸੀਂ ਗੱਲ ਕਰਦੇ ਹੋ ਆਮ ਆਦਮੀ ਪਾਰਟੀ ਪੰਜਾਬ ਦੀ, ਉਹਦੀ ਜਿਹੜੀ ਨਿੰਦਾ ਕੀਤੀ ਜਾਵੇ ਘੱਟ ਤੋਂ ਘੱਟ ਹੈ। ਕੜੇ ਸ਼ਬਦਾਂ 'ਚ ਨਿੰਦਾ ਕਰਦਾ ਸੰਯੁਕਤ ਮੋਰਚਾ, ਪਰ ਜਿਹੜੀ ਹੱਲਾਸ਼ੇਰੀ ਉਹਨੇ ਅਨਮੋਲ ਰਤਨ ਸਿੱਧੂ ਨੂੰ ਦਿੱਤੀ ਆ, ਸਾਡੇ ਪੱਤਰਕਾਰ ਬੰਧੂ ਕਹਿੰਦੇ ਸੀ ਵੀ ਉਹਨਾਂ ਕੋਲ ਲੈਟਰ ਹੈਗਾ, ਉਹਨਾਂ ਨੂੰ ਪ੍ਰੈਸ਼ਰ 'ਚ ਲੈ ਕੇ ਗੱਲ ਕੀਤੀ ਗਈ ਵੀ ਅਨਮੋਲ ਸਿੱਧੂ ਨੇ ਸ਼ਬਦ ਬੋਲੇ। ਮੈਂ ਉਹਨੂੰ ਮੰਦ ਬੁੱਧੀ ਕਹਾਂਗਾ ਅਨਮੋਲ ਰਤਨ ਸਿੱਧੂ ਨੂੰ ਸਿੱਧੇ ਸ਼ਬਦਾਂ ਦੇ ਵਿੱਚ, ਕਿ ਉਹਨੂੰ ਸਾਡੀ ਕਾਬਲੀਅਤ ਤੇ ਸ਼ੱਕ ਤੇ ਇਦਾਂ ਦੀ ਜੇ ਗੱਲ ਹੈ ਤੇ ਖੁੱਲੇ ਮੈਦਾਨ ਦੇ ਵਿੱਚ ਉਹਨਾਂ ਨੂੰ ਐਲਾਨਿਆ ਜਾਂਦਾ ਕਿ ਸਾਡੇ ਬੰਦਿਆਂ ਨਾਲ ਵਕਾਲਤ, ਜਿਹੜੇ ਸਾਡੇ ਵੀਰ ਵਕਾਲਤ ਕਰਦੇ ਨੇ, ਵੀ ਸਿੱਧਾ ਮੁਕਾਬਲਾ ਕਰ ਲਵੇ, ਸਾਡੀ ਕਾਬਲੀਅਤ ਸਾਬਿਤ ਹੋ ਜਾਏਗੀ। ਅਸੀਂ ਸ਼੍ਰੋਮਣੀ ਬਾਬਾ ਭੀਮ ਰਾਓ ਅੰਬੇਡਕਰ ਜੀ ਦੇ ਮੰਨਣ ਵਾਲੇ ਆ। ਇਹ ਇਤਿਹਾਸ ਗਵਾਹ ਇਸ ਗੱਲ ਦਾ ਕਿ ਸੰਵਿਧਾਨ ਦੇ ਰਚੇਤਾ ਸਾਡੇ ਭੀਮ ਰਾਓ ਅੰਬੇਡਕਰ ਸਾਹਿਬ ਨੇ, ਤੇ ਉਹਦੇ ਵਿੱਚ ਅਸੀਂ ਵੀ ਹਾਂ। ਸਾਡੀ ਕਾਬਲੀਅਤ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ। ਸਾਡੀ ਜਿਹੜੀ ਗੱਲ ਕੀਤੀ ਹੈ ਦੋਸ਼ੀ ਹੈ, ਇਸ ਗੱਲ ਦੇ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸਖਤ ਸੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ, FIR ਦਰਜ ਕੀਤੀ ਜਾਵੇ। ਰਹੀ ਸਰਕਾਰ ਦੀ ਗੱਲ, ਆਮ ਆਦਮੀ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦਾ ਮੋਰਚਾ ਵੀ ਜੇ 10 ਦਿਨ ਦੇ ਅੰਦਰ ਜੇ ਨਹੀਂ ਕੋਈ ਗੱਲਬਾਤ ਹੁੰਦੀ, ਦੇਖੀ ਗੱਲਬਾਤ ਵੀ ਇੱਕ
ਰਾਹੀਂ ਕੁਝ ਮੁੱਦੇ ਸੁਲਝੇ ਜਾ ਸਕਦੇ ਨੇ, ਪਰ ਮੈਨੂੰ ਲੱਗਦਾ ਕਿ ਉਹ ਗੱਲਬਾਤ ਦੇ ਮੂਡ 'ਚ ਨਹੀਂ ਹੈ। ਇੱਕ ਹੋਰ ਗੱਲ ਆਉਂਦੀ ਹੈ, ਮੀਡੀਆ ਪੱਤਰਕਾਰ ਬੰਧੂ ਆਖਦੇ ਨੇ ਵੀ ਵਾਲਮੀਕ ਸਮਾਜ ਨੂੰ ਕਾਲ ਕਰ ਲਿਆ ਗਿਆ। ਤੁਸੀਂ ਧਿਆਨ ਨਾਲ ਨਹੀਂ ਦੇਖਿਆ ਮੇਰੇ ਖਿਆਲ ਅਖਬਾਰ। ਜਿਹੜੀ ਗੱਲਬਾਤ ਹੋਈ ST OBC ਵਾਲਮੀਕ ਸਮਾਜ, ਉਹਦੇ ਵਿੱਚ ਬਹੁਤ ਵੱਡਾ ਸਮਾਜ ਹੈ ਜਿਹਨੂੰ ਕਾਲ ਕੀਤੀ ਗਈ ਹੈ। ਉਹਨਾਂ ਨਾਲ ਮੇਰੇ ਪੱਧਰ ਤੇ ਗੱਲ ਹੋਈ ਹੈ। ਬਿਲਕੁਲ ਜੀ ਬਿਲਕੁਲ, ਮੇਰੇ ਪੱਧਰ ਤੇ ਗੱਲ ਹੋਈ। ਜਿਹੜਾ ਪੰਜਾਬ ਨੇਤਰਤਵ ਵਾਲਮੀਕ ਸਮਾਜ ਦਾ ਹੈ, ਉਹ ਕਹਿੰਦੇ ਸਾਨੂੰ ਸਿਰਫ ਉਹਦੀ ਜਿਹੜੀ ਨਿਯੁਕਤੀ ਹੈ, CM ਦਾ ਇੱਕ ਨਿਯੁਕਤੀ ਹੁੰਦਾ, PA ਹੁੰਦਾ, ਉਹਦੇ ਰਾਹੀਂ ਇੱਕ ਕਾਲ ਆਈ ਹੈ ਵੀ ਆਪਾਂ ਬੈਠ ਕੇ ਗੱਲ ਕਰ ਸਕਦੇ ਹਾਂ। ਪਰ ਸਾਡੇ ਲਈ ਇਸ ਤੋਂ ਵਧੀਆ ਕੋਈ ਸਮਾਂ ਨਹੀਂ ਸੀ। 15 ਅਗਸਤ ਤੋਂ ਪਹਿਲਾਂ ਪੂਰਾ ਦੇਸ਼ ਆਜ਼ਾਦੀ ਮਨਾ ਰਿਹਾ, ਪਰ ਸਾਡਾ ਅਨੁਸੂਚਿਤ ਵਰਗ ਜਿਹੜਾ ਆਰਕਸ਼ਣ ਦੀ ਇੱਕ ਸਹਾਰਾ ਸੀ ਸਾਡਾ, ਉਹ ਵੀ ਖੋ ਰਿਹਾ। ਸਰਕਾਰਾਂ ਖੋ ਰਹੀਆਂ ਨੇ। ਪਰ ਫਿਲਹਾਲ ਆਮ ਆਦਮੀ ਪਾਰਟੀ ਨੂੰ ਚੇਤਾਵਨੀ ਹੈ ਕਿ ਜਲਦ ਤੋਂ ਜਲਦ ਕਾਲ ਕਰਕੇ ਬੁਲਾ ਲਿਆ ਜੋ ਸਰਬ ਸਮਾਜ ਨੂੰ, ਜਿਹੜੇ ਸਾਡੇ OBC ST ਸਮਾਜ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਸਰਕਾਰ ਦੇ ਖਿਲਾਫ ਵੱਡਾ ਐਲਾਨ ਕੀਤਾ ਜਾ ਰਿਹਾ ਵੀ ਆਪਾਂ ਸਰਕਾਰ ਨੂੰ ਉਖਾੜਨ 'ਚ ਕੰਮ ਲਵਾਂਗੇ। ਦੂਜੀ ਗੱਲ ਹੋਰ ਮੈਂ ਦੱਸ ਦੇਵਾਂ ਚੈਨਲ ਦੇ ਮਾਧਿਅਮ ਤੋਂ ਕਿ 34 MLA ਸਾਡੇ ਆਮ ਆਦਮੀ ਸਰਕਾਰ ਦੇ ਵਿੱਚ ਸ਼ੈਡਿਊਲ ਕਾਸਟ ਭਰਾ ਬੈਠੇ ਨੇ। ਉਹਨਾਂ ਦੇ ਸਾਡੇ ਸੰਪਰਕ ਨੇ, ਸੰਪਰਕਾਂ 'ਚ ਨੇ, ਪ੍ਰੈਸ਼ਰ ਹੁੰਦਾ, ਰਾਜਨੀਤਿਕ ਦਬਾਅ ਹੁੰਦਾ ਉਹਨਾਂ ਦੇ ਉੱਪਰ ਵੀ ਤੁਸੀਂ ਖੁੱਲ੍ਹ ਕੇ ਨਹੀਂ। ਪਰ ਜੇ ਸਰਕਾਰ ਗਰਾਣ ਦੀ ਗੱਲ ਆਈ, ਡਗਾਣ ਦੀ ਗੱਲ ਆਈ, ਉਖਾੜਨ ਦੀ ਗੱਲ ਆਈ, ਤਾਂ ਉਹ ਵੀ ਸਾਡੇ ਨਾਲ ਹੋਣਗੇ। ਪ੍ਰਧਾਨ ਸਾਹਿਬ ਠੀਕ ਹੈ ਜੀ, ਦੀ ਆਪਾਂ ਗੱਲ ਕਰਦੇ ਪਏ ਆ ਜਾਣ ਬੁੱਝ ਕੇ ਜੋ ਤੁਸੀਂ ਕਹਿੰਦੇ ਹੋ ਵੀ ਸ਼ਬਦ ਬੋਲੇ ਗਏ ਤਾਂ ਤੁਹਾਨੂੰ ਟਾਰਗੇਟ ਕੀਤਾ ਗਿਆ, ਕੀ ਕਾਰਵਾਈ ਮੰਨਦੇ ਹੋ ਉਹਨਾਂ ਤੇ? ਅਸੀਂ ਕਾਰਵਾਈ ਜੋ ਉਹਨਾਂ ਨੇ ਆਪਸ਼ਾ ਜੋ ਵੀ ਬੋਲਿਆ, ਅਸੀਂ ਜੋ AG ਆਫਿਸ ਦੇ ਵਿੱਚ ਐਡਵੋਕੇਟ ਜਨਰਲ ਨੇ ਜੋ ਕੀਤਾ ਹੈ ਸਾਡੇ ਸਮਾਜ ਦੇ ਨਾਲ, ਅਸੀਂ ਸਾਰਾ ਸਮਾਜ ਅਸੀਂ ਮੰਗ ਕਰਦੇ ਹਾਂ ਕਿ ਉਹਦੇ ਅਗੇਂਸਟ ਲੀਗਲੀ ਕਾਰਵਾਈ ਕੀਤੀ ਜਾਵੇ। ਐਟਰੋਸਿਟੀ ਐਕਟ ਤਹਿਤ ਉਹਦੇ ਅਗੇਂਸਟ ਮੁਕੱਦਮਾ ਦਰਜ ਕਰਕੇ ਉਹਨੂੰ ਅਰੈਸਟ ਕੀਤਾ ਜਾਵੇ। ਅਸੀਂ ਲੱਗਦਾ ਨਹੀਂ ਕਿ ਜਾਣ ਬੁੱਝ ਕੇ ਜਿਹੜਾ ਆ ਲੋਅਰ ਮਿਡਲ ਕਲਾਸ ਜਾਂ ਜਿਹੜਾ ਲੋਅਰ ਤੋਂ ਵੀ ਲੋਅਰ ਆ ਵਿਚਾਰਾ ਮਸਾਂ ਆਪਣਾ ਕਮਾਏ ਖਾਂਦਾ, ਉਹਨੂੰ ਟਾਰਗੇਟ ਕੀਤਾ ਜਾਂਦਾ ਕਿ ਉਹਨੂੰ ਜਿਹੜਾ ਖਤਮ ਕਰਨ ਦੀ, ਗਰੀਬੀ ਖਤਮ ਕਰਨ ਦੀ ਗੱਲ ਹੋਈ ਸੀ, ਪਰ ਗਰੀਬ ਖਤਮ ਕਰਨ ਦੀ ਤਾਂ ਨਹੀਂ। ਬਿਲਕੁਲ ਬਿਲਕੁਲ, ਇਹ ਤਾਂ ਗਰੀਬੀ ਖਤਮ ਦੀ ਗੱਲ ਨਹੀਂ ਹੈ, ਬਿਲਕੁਲ ਠੀਕ ਹੈ। ਇਹ ਤਾਂ ਗਰੀਬਾਂ ਨੂੰ ਖਤਮ ਕਰਨ ਲਈ ਗੱਲ ਹੈ, ਗਰੀਬੀ ਨਹੀਂ ਗਰੀਬ ਖਤਮ ਕਰਨ ਦੀ ਗੱਲ ਹੈ। ਸੋ ਅਸੀਂ ਮੋਰਚਾ ਸਾਡਾ ਜਿਹੜਾ, ਅਸੀਂ ਜਿਵੇਂ ਕਿ ਸੈਣੀ ਸਾਹਿਬ ਨੇ ਪਹਿਲਾਂ ਵੀ ਐਲਾਨ ਕਰ ਦਿੱਤਾ ਹੈ, ਅਗਰ ਸਾਡੀ ਇਹਨਾਂ ਮੁੱਦਿਆਂ ਦੇ ਉੱਤੇ ਸਰਕਾਰ ਨੇ ਕੋਈ ਗੱਲਬਾਤ 10 ਦਿਨ ਦਾ ਆਪਾਂ ਟਾਈਮ ਦਿੱਤਾ ਹੈ, ਕੋਈ ਨਾ ਸੁਣੀ ਗਈ ਤਾਂ ਇਸ ਤੋਂ ਬਾਅਦ ਇੱਕ ਬਹੁਤ ਵੱਡਾ ਸੰਘਰਸ਼ ਅਸੀਂ ਫੈਸਲਾ ਕਰਕੇ ਇੱਥੇ ਸੰਘਰਸ਼ ਛੇੜਾਂਗੇ। ਇੱਥੇ ਰੈਲੀ ਕਰਾਂਗੇ, ਚੰਡੀਗੜ੍ਹ ਦੇ ਵਿੱਚ ਧਰਨੇ ਲਾਵਾਂਗੇ, ਔਰ ਹੋਰ ਵੀ ਅਸੀਂ ਜੋ ਵੀ ਇਸ ਸਰਕਾਰਾਂ ਦੇ ਅਗੇਂਸਟ ਕਾਰਵਾਈ ਕਰਨੀ ਹੋਈ ਤਾਂ ਅਸੀਂ ਬਣਦੀ ਕਾਰਵਾਈ ਅਸੀਂ ਆਪਣੇ ਸਮਾਜ ਵੱਲੋਂ ਜੋ ਸਾਨੂੰ ਲੱਗਦਾ ਹੋਇਆ ਅਸੀਂ ਪੁਰ ਜ਼ੋਰ ਨਾਲ ਅਸੀਂ ਇਹਦੀ ਵਿਰੋਧਤਾ ਵੀ ਕਰਦੇ ਹਾਂ ਔਰ ਕਾਰਵਾਈ ਕੀਤੀ ਜਾਊਗੀ, ਸੰਘਰਸ਼ ਵਿੱਢਿਆ ਜਾਏਗਾ। ਅਸੀਂ ਅੱਜ ਤੋਂ ਅਸੀਂ ਅਨਾਉਂਸਮੈਂਟ ਕਰਦੇ ਹਾਂ ਇੱਥੋਂ। ਬਿਲਕੁਲ ਤੁਸੀਂ ਕੀਤੀ ਹੈ। ਐਜੂਕੇਸ਼ਨ ਦਾ ਮਾਮਲਾ ਵੀ ਅੱਜ ਚੱਕਿਆ ਕਿ ਜਾਣ ਬੁੱਝ ਕੇ ਜਿਹੜੀਆਂ ਇਹ ਆਪਣਾ ਸਰਕਾਰਾਂ ਨੇ ਉਹ ਵਜ਼ੀਫੇ ਜਿਹੜੇ ਮਿਲਦੇ ਨੇ ਜਾਂ ਸਹਾਇਤਾ ਮਿਲਦੀਆਂ ਉਹ ਤੱਕ ਬੱਚਿਆਂ ਨੂੰ SC ST BC ਨੂੰ ਨਹੀਂ ਦਿੰਦੇ। ਬਿਲਕੁਲ, ਉਹ ਜਿਹੜਾ ਮੈਟ੍ਰਿਕ ਸਕਾਲਰਸ਼ਿਪ ਹੈ ਉਹ ਬਹੁਤ ਗੰਭੀਰ ਮੁੱਦਾ ਆ। ਮੈਂ ਉਹ ਮੁੱਦਾ ਇਸੇ ਕਰਕੇ ਜਿਹੜਾ ਸਕਾਲਰਸ਼ਿਪ ਹੈ ਉਹ ਰੋਕ ਦਿੱਤਾ ਸਰਕਾਰ ਨੇ, ਤਾਂ ਕਿ ਜਿਹੜੇ ਗਰੀਬ ਬੱਚੇ ਆ ਜੋ ਇਹਦਾ ਲਾਭ ਲੈ ਰਹੇ ਹੈ ਫਿਰ ਉਹ ਇਸ ਤੋਂ ਵੰਚਿਤ ਹੋ ਜਾਣ। ਤੇ ਔਰ ਮੈਂ ਇਹ ਵੀ ਮੰਗ ਕਰੂੰਗਾ, ਜਿਹੜਾ ਪੰਜਾਬ ਸਰਕਾਰ ਵੱਲੋਂ ਪਹਿਲਾਂ ਵੀ ਚੱਲ ਰਿਹਾ ਹੈ ਮੈਟ੍ਰਿਕ ਜੋ ਸਕਾਲਰਸ਼ਿਪ ਆ ਉਹਦੇ ਵਿੱਚ ਘਪਲਾ ਹੋਇਆ, ਜਿਹੜਾ ਪਹਿਲਾਂ ਵੀ ਘਪਲਾ ਹੋਇਆ, ਪਹਿਲਾਂ ਕੇਸ ਚੱਲ ਰਿਹਾ ਹੈ ਉਹ ਸਾਧੂ ਸਿੰਘ ਧਰਮਸੋਤ ਦੇ ਅਗੇਂਸਟ। ਸਾਡਾ ਮੋਰਚਾ ਇਹ ਵੀ ਡਿਮਾਂਡ ਕਰਦਾ ਹੈ ਕਿ ਧਰਮਸੋਤ ਜੋ ਧਰਮਸੋਤ ਹੈ, ਸਾਧੂ ਸਿੰਘ ਧਰਮਸੋਤ ਹੈ, ਜਿਸ ਨੇ ਐਡਾ ਬੜਾ ਘਪਲਾ ਕੀਤਾ ਹੈ ਔਰ ਇੱਕ ਬਹੁਤ ਹੀ ਗਰੀਬ ਵਰਗ ਦੇ ਜਿਹੜੇ ਉਹ ਫੰਡ ਸੀਗੇ ਬੱਚਿਆਂ ਦੇ, ਉਹਨਾਂ ਨੂੰ ਹੇਰਾ ਫੇਰੀ ਕਰਕੇ ਯੂਨੀਵਰਸਿਟੀਆਂ ਦੇ ਵਿੱਚ ਇੱਕ ਫੇਕ ਮਤਲਬ ਸਟੂਡੈਂਟ ਸ਼ੋਅ ਕਰਕੇ ਉਹ ਸਾਰੀ ਘਪਲਾ ਕਰਕੇ ਉਹ ਸਾਰੇ ਪੈਸੇ ਉਹਨਾਂ ਨੇ ਰਲ ਕੇ ਇੱਕ ਟੀਮ ਬਣਾ ਕੇ ਖਾ ਲਏ। ਤੋਂ ਅਸੀਂ ਸੰਘਰਸ਼ ਮੋਰਚਾ ਇਹ ਵੀ ਡਿਮਾਂਡ ਕਰਦਾ ਹੈ ਕਿ ਉਹਨਾਂ ਦੇ ਅਗੇਂਸਟ ਜੋ ਕਾਰਵਾਈ ਚੱਲ ਰਹੀ ਹੈ ਉਹਨੂੰ ਜਲਦੀ ਤੋਂ ਜਲਦੀ ਉਹਨਾਂ ਮਤਲਬ ਸਾਡੇ ਸਮਾਜ ਦੇ ਜੋ ਬੱਚੇ ਸਾਨੂੰ ਉਦੋਂ ਹੀ ਹੱਕ ਮਿਲੇਗਾ ਜਦੋਂ ਉਸ ਬੰਦੇ ਨੇ ਜਿਹਨੇ ਘਪਲਾ ਕੀਤਾ ਉਹਨੂੰ ਚੱਕ ਕੇ ਕਾਨੂੰਨ ਤਹਿਤ ਉਹਦੇ ਅਗੇਂਸਟ ਕਾਰਵਾਈ ਕਰਕੇ ਉਹਨੂੰ ਜੇਲ੍ਹ ਦੇ ਪਾਰ ਦੇ ਵਿੱਚ ਭੇਜਿਆ। ਮੋਰਚੇ ਦੀ ਜੇ ਗੱਲ ਕਰ ਰਹੇ ਹਾਂ, ਪ੍ਰਧਾਨ ਸਾਹਿਬ ਨਾਲ ਨੇ ਸਾਡੇ ਚੇਅਰਮੈਨ ਨੇ ਮੋਰਚੇ ਦੇ ਜਿਹੜਾ ਕਿ ਡਾਕਟਰ ਅੰਬੇਦਕਰ ਸੰਯੁਕਤ ਸੰਘਰਸ਼ ਮੋਰਚਾ ਬਣਿਆ ਹੋਇਆ। ਯੂਨੀਵਰਸਿਟੀ ਤੋਂ ਕਮਾਂਡ ਸਾਂਭ ਰਹੇ ਨੇ, ਨਾਲ ਇਹਨਾਂ ਦੇ ਸਦੱਸਿਆ ਇਹਨਾਂ ਨਾਲ ਕਰ ਲੈਂਦੇ। ਯੂਨੀਵਰਸਿਟੀ 'ਚ ਵੀ ਤੁਸੀਂ ਮੋਰਚਾ ਲਾਇਆ ਹੋਇਆ, ਹਰ ਫਰੰਟ ਤੁਸੀਂ ਹੁਣ ਖੋਲ੍ਹ ਦਿੱਤਾ ਆ, ਉਹਨੂੰ ਕਿਸ ਤਰੀਕੇ ਨਾਲ ਜਿਹੜਾ ਸਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜੈ ਭੀਮ ਜੈ ਭਾਰਤ। ਅਸੀਂ 6 ਤਰੀਕ ਤੋਂ ਯੂਨੀਵਰਸਿਟੀ ਦੇ ਸਟੂਡੈਂਟ ਦੀ ਕੁਝ ਮੰਗਾਂ ਨੇ, ਉਹਦੇ ਕਰਕੇ ਅਸੀਂ ਧਰਨਾ ਲਾਇਆ ਹੋਇਆ। ਸਟੂਡੈਂਟ ਦੇ ਜਿਹੜੀ ਮੰਗਾਂ ਰੱਖੀਆਂ ਯੂਨੀਵਰਸਿਟੀ ਸਾਡੇ ਤੋਂ ਮੰਗ ਨਹੀਂ ਰਹੀਆਂ, ਜਿਹੜੀ ਮੰਗਾਂ ਰੱਖੀਆਂ ਹੋਈਆਂ। ਪਹਿਲੀ ਮੰਗ ਜਿਹੜੀ ਹੈਗੀ ਹੈ ਉਹ ਪੰਜਾਬ ਦੇ SC BC ਸਟੂਡੈਂਟ ਨੇ, ਉਹਨਾਂ ਦੀ ਸਕਾਲਰਸ਼ਿਪ ਨਾ ਆਉਣ ਕਰਕੇ ਉਹਨਾਂ ਦੀ ਡਿਗਰੀ DMCਆਂ ਰੋਕ ਦੀ ਗਈਆਂ ਨੇ, ਜਿਸ ਕਰਕੇ ਬੱਚੇ ਅੱਗੇ ਦੀ ਪੜ੍ਹਾਈ ਜਾਰੀ ਨਹੀਂ ਰੱਖੇ ਜਾਂ ਫਿਰ ਪੜ੍ਹਾਈ ਛੱਡ ਗਈਆਂ। ਦੂਆ ਮੁੱਦਾ ਹੈਗਾ ਸਾਡਾ ਹੋਸਟਲ ਐਲੋਕੇਸ਼ਨ ਦਾ।
ਹੋਸਟਲ ਐਲੋਕੇਸ਼ਨ 'ਚ ਇਹ ਹੈ ਕਿ ਪ੍ਰੋਪਰ ਰਿਜ਼ਰਵੇਸ਼ਨ ਲਾਗੂ ਨਹੀਂ ਕੀਤੀ ਗਈ ਉਹਨਾਂ ਨੇ ਤੇ ਅਸੀਂ ਸੈਂਟਰਲ ਗਵਰਨਮੈਂਟ ਆਫ ਇੰਡੀਆ ਤੋਂ ਵੀ ਸਪੈਸ਼ਲ ਫੰਡ ਮੰਗਵਾ ਕੇ ਹੋਸਟਲ ਨੰਬਰ 5 ਕੁੜੀਆਂ ਦਾ ਤੇ ਹੋਸਟਲ ਨੰਬਰ 6 ਮੁੰਡਿਆਂ ਦਾ, ਉਹਦੇ ਵਿੱਚ 120 ਰੂਮ ਤੇ ਕੁੜੀਆਂ ਦੇ ਤੇ 120 ਰੂਮ ਮੁੰਡਿਆਂ ਦੇ, ਉਹਦੇ ਵਾਸਤੇ ਸਪੈਸ਼ਲ ਐਸਸੀ ਬੱਚਿਆਂ ਦੇ ਵਾਸਤੇ ਅਲੱਗ ਤੋਂ ਫੰਡ ਮੰਗਵਾਇਆ ਸੀਗਾ, ਬਟ ਯੂਨੀਵਰਸਿਟੀ ਉਹ ਇੰਪਲੀਮੈਂਟ ਨਹੀਂ ਕਰ ਰਹੀ ਹੈ। ਤੀਜਾ ਮੁੱਦਾ ਇਹ ਫੰਡ ਆ ਚੁੱਕਾ, 1 ਤੋਂ 1.5 ਕਰੋੜ ਰੁਪਇਆ ਫੰਡ ਆ ਚੁੱਕਾ। ਇੱਕ ਨਵਾਂ ਹੋਸਟਲ ਬਣਿਆ ਸੀਗਾ ਨਿਰਜਾ ਬਨੋਟ, ਉਹਦੇ ਵਾਸਤੇ ਵੀ ਫੰਡ ਆ ਚੁੱਕਿਆ, ਉਹਦੇ ਵਾਸਤੇ ਵੀ ਉਹ ਨਹੀਂ ਸਾਨੂੰ ਹੋਸਟਲ ਅਲੋਟਮੈਂਟ ਪ੍ਰੋਪਰ ਨਹੀਂ ਕਰੇ। ਉਹ ਸਾਨੂੰ ਕਹਿੰਦੇ ਸੀਗੇ ਕਿ ਵੀ ਇਹਦਾ SC ST ਦਾ ਜੇ ਅੱਡ ਹੋਸਟਲ ਦਵੋਗੇ ਤਾਂ ਟੈਗ ਲੱਗ ਜਾਣਾ। ਅਸੀਂ ਡਿਮਾਂਡ ਕੀਤੀ ਕਿ ਉਹਨਾਂ ਨੂੰ ਕਿ ਬਈ ਤੁਸੀਂ ਐਦਾਂ ਕਰੋ ਕਿ ਸਾਨੂੰ ਹੋਸਟਲ 'ਚ 120 ਜਿਹੜੇ ਦਿੱਤੇ ਹੈ ਉਹ ਕਿਸੇ ਹੋਸਟਲ 'ਚ ਵੀ ਕਨਵਰਟ ਕਰ ਦਿਓ, ਤੁਸੀਂ ਸਾਡੀ ਰਜਿਸਟ੍ਰੇਸ਼ਨ ਪਾਲਿਸੀ ਹੈ ਉਹ ਪ੍ਰੋਪਰ ਤਰੀਕੇ ਤੇ ਲਾਗੂ ਕਰ ਦਿਓ। ਤੀਜਾ ਮੁੱਦਾ ਇਹ ਹੈਗਾ ਕਿ ਜਿਵੇਂ ਪੰਜਾਬ 'ਚ SC ਸਟੂਡੈਂਟ ਨੇ ਉਹ ਪ੍ਰੋਪਰ ਪੋਸਟ ਮੈਟ੍ਰਿਕ ਸਕੋਲਰ ਦੇ ਅੰਡਰ ਐਡਮਿਸ਼ਨ ਲੈਂਦੇ ਨੇ, ਐਦਾਂ ਹੀ ਸਾਡੇ ਹਰਿਆਣੇ ਦੇ SC ਸਟੂਡੈਂਟ ਨੇ ਉਹ ਵੀ ਸੇਮ ਪੰਜਾਬ ਪੈਟਰਨ ਤੇ ਉਹਨਾਂ ਦਾ ਐਡਮਿਸ਼ਨ ਹੋ ਜਾਵੇ। ਬਟ ਅਸੀਂ ਗਵਰਨਮੈਂਟ ਹਰਿਆਣਾ ਗਵਰਨਮੈਂਟ ਦੇ CM ਨੂੰ ਵੀ ਉਹ ਮਿਲੇ ਸੀਗੇ, ਉਹਨਾਂ ਨਾਲ ਬੇਨਤੀ ਕੀਤੀ ਸੀ ਕਿ ਬਈ ਤੁਸੀਂ ਇੰਪਲੀਮੈਂਟ ਕਰਾਓ। ਉਹਨਾਂ ਨੇ ਮੀਟਿੰਗ ਵੀ ਕੀਤੀ, ਅਸੀਂ VC ਸਾਹਿਬ ਨਾਲ ਵੀ CM ਨਾਲ ਮੀਟਿੰਗ ਹੋਈ, ਬਟ ਉਹਨਾਂ ਦੇ ਸਾਹਮਣੇ ਤਾਂ ਕਹਿ ਦਿੰਦੇ ਕਿ ਅਸੀਂ ਕਰ ਦੂੰਗੇ, ਬਟ ਜਿਹੜਾ ਰਿਪਲਾਈ ਸਾਨੂੰ ਉੱਥੇ ਜਾ ਕੇ ਮਿਲਦਾ ਉਹ ਨਹੀਂ ਇੰਪਲੀਮੈਂਟ ਕਰਨਾ ਚਾਹੁੰਦੇ। ਚੌਥਾ ਮੁੱਦਾ ਇਹ ਹੈਗਾ ਕਿ ਜਿਹੜੇ ਨੌਨ ਟੀਚਿੰਗ ਸਟਾਫ ਹੈ ਉਹਨਾਂ ਵਿੱਚੋਂ ਰੋਸਟਰ ਸਿਸਟਮ ਲਾਗੂ ਨਹੀਂ ਕੀਤਾ ਗਿਆ, ਤੇ ਅਸੀਂ ਮੰਗ ਕਰਦੇ ਹਾਂ ਕਿ ਯੂਨੀਵਰਸਿਟੀ ਤੁਹਾਡੇ ਰਾਹੀਂ ਮੰਗ ਕਰਦੇ ਹਾਂ ਕਿ ਇਹ ਸਾਡੀਆਂ ਡਿਮਾਂਡਾਂ ਪੂਰੀ ਕੀਤੀ ਜਾਣ। ਸਾਡਾ ਧਰਨਾ ਹੁਣ ਵੀ ਅੱਜ 7ਵੇਂ ਦਿਨ ਲਗਾਤਾਰ ਚੱਲ ਰਿਹਾ ਹੈ। ਪ੍ਰਧਾਨ ਸਾਹਿਬ, ਹੁਣ ਫਿਰ ਕੀ ਜਿਹੜਾ ਅਗਲਾ ਐਕਸ਼ਨ ਰਹਿਣ ਵਾਲਾ ਹੈ, ਕਿਉਂਕਿ ਸਰਕਾਰ ਤੁਹਾਨੂੰ ਲੱਗਦਾ ਜਾਂ ਪਹਿਲਾਂ ਵੀ ਇੰਨੀ ਵਾਰ ਤੁਸੀਂ ਕੋਸ਼ਿਸ਼ਾਂ ਕੀਤੀਆਂ ਹੱਲ ਨਹੀਂ ਨਿਕਲਿਆ ਤੇ ਦੁਬਾਰਾ ਕੋਸ਼ਿਸ਼ ਕਰ ਰਹੇ? ਹਾਂ, ਅਸੀਂ ਜਿਵੇਂ ਕਿ ਸਾਡੇ ਇੱਕ ਬੁਲਾਰੇ ਨੇ 10 ਦਿਨ ਦਾ ਟਾਈਮ ਦਿੱਤਾ ਹੈ, ਅਸੀਂ 10 ਦਿਨ ਦੇਖਾਂਗੇ। ਉਸ ਤੋਂ ਬਾਅਦ ਫਿਰ ਅਸੀਂ ਸਾਡਾ ਜਿਹੜਾ ਮੋਰਚਾ ਆ ਅੱਗੇ ਇੱਕ ਮੀਟਿੰਗ ਕਰਕੇ ਜੋ ਇੱਕ ਫੈਸਲਾ ਕਰੇਗਾ, ਫਿਰ ਅਸੀਂ ਇੱਥੇ ਇੱਕ ਬਹੁਤ ਵੱਡੀ ਰੈਲੀ ਕਰਾਂਗੇ 25 ਸੈਕਟਰ ਦੇ ਵਿੱਚ, ਜਿਹਦੇ ਵਿੱਚ ਘੱਟੋ ਘੱਟ 50,000 ਲੋਕ ਆਉਣ ਦੀ ਅਸੀਂ ਉਹ ਤੁਹਾਨੂੰ ਅੱਜ ਇਹਦੇ ਤੇ ਅਨਾਉਂਸਮੈਂਟ ਕਰਦੇ ਹਾਂ ਵੀ ਘੱਟੋ ਘੱਟ ਕਰਾਂਗੇ। ਔਰ ਉਸ ਤੋਂ ਬਾਅਦ ਅਸੀਂ ਘਰਾਓ ਕਰਾਂਗੇ, CM ਦੇ ਹਾਊਸ ਦਾ ਘਰਾਓ ਕਰਾਂਗੇ। ਉਸ ਤੋਂ ਬਾਅਦ ਗਵਰਨਰ ਹਾਊਸ ਦਾ ਜੋ ਹੈ ਉਹਦਾ ਵੀ ਅਸੀਂ ਘਰਾਓ ਕਰਾਂਗੇ। ਇਹ ਜੋ ਵੀ ਅਸੀਂ ਇਹਦਾ ਫੈਸਲਾ ਜੋ ਕਰਨ ਜਾ ਰਹੇ ਹਾਂ 10 ਦਿਨ ਦੇਖਣ ਤੋਂ ਬਾਅਦ ਫਿਰ ਅਸੀਂ ਬਹੁਤ ਵੱਡਾ ਇਹ ਫੈਸਲਾ ਲੈ ਕੇ ਤੁਹਾਨੂੰ ਬੁਲਾ ਕੇ ਮੀਡੀਆ ਥਰੂ ਹੀ ਗਵਰਨਮੈਂਟ ਨੂੰ ਦੱਸਣਾ ਕਿ ਇਸ ਤਰੀਕ ਨੂੰ ਅਸੀਂ ਧਰਨਾ ਵੀ ਇੱਥੇ ਰੈਲੀ ਵੀ ਕੀਤੀ ਜਾ ਰਹੀ ਹੈ ਔਰ ਅਸੀਂ ਘਰਾਓ ਵੀ ਕਰਾਂਗੇ, ਗਵਰਨਰ ਹਾਊਸ ਦਾ ਘਰਾਓ ਕਰਾਂਗੇ, CM ਹਾਊਸ ਦਾ ਘਰਾਓ ਕਰਾਂਗੇ। ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੇ ਪ੍ਰਧਾਨ ਸਾਹਿਬ ਨੇ ਜਿਹੜਾ ਇਹ ਮੋਰਚਾ ਬਣਾਇਆ ਗਿਆ ਡਾਕਟਰ ਅੰਬੇਦਕਰ ਦਾ, ਤੇ ਇਸ ਤੋਂ ਇਲਾਵਾ ਜਿਹੜੇ ਲੀਗਲ ਜਿਹੜੇ ਇਹਨਾਂ ਟੀਮ ਦੇ ਜਿਹੜੇ ਮੈਂਬਰ ਨੇ, ਜੇ ਕਹਦੇ ਕਿ ਇਹਨਾਂ ਦੇ ਐਡਵੋਕੇਟ ਨੇ, ਜਿਨ੍ਹਾਂ ਵੱਲੋਂ ਜਿਹੜਾ ਇਹ ਕੇਸ ਫਾਈਲ ਕੀਤਾ ਜਾਂਦਾ ਹੈ, ਆਵਾਜ਼ ਬੁਲੰਦ ਕੀਤੀ ਜਾਂਦੀ ਹੈ, ਮਾਨਯੋਗ ਹਾਈ ਕੋਰਟ 'ਚ ਆਵਾਜ਼ ਲੈ ਕੇ ਜਾਈ ਜਾਂਦੀ ਹੈ। ਹਾਲਾਂਕਿ ਸਰਕਾਰ ਨੇ ਜਿਹੜਾ ਇਹ ਕੋਰਟ 'ਚ ਇਹਨਾਂ ਦੇ ਖਿਲਾਫ ਵੀ ਕੇਸ ਲਾਇਆ ਕਿ ਜਿਹੜੀ ਇਹ ਰਿਜ਼ਰਵੇਸ਼ਨ ਮੰਗ ਰਿਹਾ ਉਹ ਸਹੀ ਨਹੀਂ ਹੈਗੀ। ਉਹਨਾਂ ਨਾਲ ਗੱਲ ਕਰ ਲੈਂਦੇ ਐਡਵੋਕੇਟ ਸਾਹਿਬ ਨਾਲ, ਉਹ ਇਸ ਬਾਰੇ ਕੀ ਕਹਿੰਦੇ ਨੇ। ਲਗਾਤਾਰ ਜਿਹੜਾ SC BC OBC ਜਾਂ ST ਭਾਈਚਾਰਾ ਹੈ ਉਹ ਆਪਣੇ ਹੱਕਾਂ ਨੂੰ ਲੈ ਕੇ ਮੰਗ ਕਰ ਰਿਹਾ ਆ। ਇਸ ਤੋਂ ਲੈ ਕੇ ਸਰਕਾਰ ਅੱਗੇ ਵੀ ਮੰਗ ਰੱਖੀ ਜਾਂਦੀ ਆ, ਪਰ ਸਰਕਾਰ ਦੇ ਪਿਛਲੇ AG ਨੇ ਜਿਹੜੇ ਅਨਮੋਲ ਰਤਨ ਉਹ ਇਸ ਉੱਤੇ ਰੋਕ ਲਵਾ ਦਿੰਦੇ ਨੇ, ਤੇ ਫਿਰ ਇਹ ਮਾਮਲਾ ਜਿਹੜਾ ਕੋਰਟ ਦੇ ਵਿੱਚ ਵੀ ਚਲਿਆ ਜਾਂਦਾ। ਤੇ SC BC ਭਾਈਚਾਰੇ ਵੱਲੋਂ ਜਿਹੜਾ ਇਹ ਕੇਸ ਲੜ ਰਹੇ ਨੇ ਇੰਦਲ ਸਾਹਿਬ, ਉਹ ਸਾਡੇ ਨਾਲ ਨੇ, ਐਡਵੋਕੇਟ ਨੇ। ਐਡਵੋਕੇਟ ਸਾਹਿਬ, ਕੀ ਜਿਹੜਾ ਪੂਰਾ ਮਾਜਰਾ ਹੈਗਾ ਆ ਹੁਣ, ਕੀ ਤੁਹਾਡੇ ਵੱਲੋਂ ਜਿਹੜੀ ਪੈਰਵੀ ਕੀਤੀ? देखिए, ये रिजर्वेशन इन AG ऑफिस का मामला था। मैंने कमीशन के थ्रू लागू करवाया था और इसकी नोटिफिकेशन भी 9/12/2021 को हो चुकी थी। चन्नी सरकार ने ये गजट नोटिफिकेशन जारी कर दी थी और AG ऑफिस को लिख दिया गया था कि जो भी आगे से भर्ती होगी उसमें रिजर्वेशन देनी है SC और OBC को। पर सरकार के बदलने के बाद, नया AG के आने के बाद, नए AG ने उस नोटिफिकेशन को अपने तरीके से गलत राय दे करके या हमें एफिशिएंट घोषित करके बिना किसी कारण के, बिना किसी रीजन के, तो वो रिजर्वेशन हमारी छीन ली। उसके बाद दोबारा से हम कमीशन में गए। कमीशन ने जब उनको समन किया दोबारा से और उनसे पूछा कि आप लागू क्यों नहीं कर रहे, तो वो हाई कोर्ट चले गए। हाई कोर्ट में जाने के बाद जब हम, जिसमें मैं भी पार्टी था, और जब हम बहस के लिए खड़े हुए तो सरकार ने वो विड्रा कर ली कि दोबारा से हम कमीशन के पास जाएंगे। और कमीशन में पेश होने के बाद वो बार बार डेट ले रहे हैं और अगली डेट हमारी 29 अगस्त लगी हुई है। अभी तक वो अपना स्टैंड स्पष्ट नहीं कर रहे। वो कह रहे हैं कि मामला सारा चीफ मिनिस्टर की टेबल पे है और
जो होम सेक्रेटरी या आईएएस अफसर आते हैं वो एक्सक्यूज लेते हैं कि हम चीफ मिनिस्टर को नहीं कह सकते कि इसमें जल्दी से जल्दी फैसला ले। इस डिले के वजह से हमारा जो नुकसान हो रहा है, तो या सरकार का भी नुकसान है कि वहाँ पर एजी ऑफिस में लाभ सर नहीं है डिफेंड करने के लिए। तो हमने इसको मामले को आगे बढ़ाने के लिए या जल्दी निपटाने के लिए संयुक्त मोर्चा की स्थापना की है, ताकि इसमें दो तरीकों से लड़ा जाए, जो हम कानूनी तौर से लड़ ही रहे हैं। दूसरा कि हम संघर्ष करें और डिमांड करें कि सिद्धू के खिलाफ जो भी कानूनी कार्रवाई जो उसने हमारे ऊपर धब्बा लगाया है इनएफिशिएंसी का, या यूं कहिए कि हमें अयोग्य घोषित कर दिया बिना किसी उसके, तो इसके ऊपर जो भी कानूनी कार्रवाई मेरे मोर्चे ने मांग की है वो होनी चाहिए है। दूसरा, अगर सरकार ये बात नहीं मानती तो हमारा मोर्चा सरकार के खिलाफ भी अपना जो फ्रंट खोल देगा, संघर्ष का फ्रंट खुल जाएगा हमारा पूरा। ਸਾਹਿਬ ਦੇ ਨਾਲ ਹੈਗੇ ਆ, ਹੋਰ ਮੈਂਬਰ ਨੇ ਬਾਲੇ ਕਿਸ ਤਰੀਕੇ ਨਾਲ ਇਹਨਾਂ ਨੇ ਕਿਹਾ ਕਿ ਸਜ਼ਾ ਜਿਹੜੀ ਹੈ ਅਸੀਂ ਉਹਦੀ ਮੰਗ ਕਰਾਂਗੇ। ਕੀ ਸਜ਼ਾ ਤੁਸੀਂ ਮੰਗ ਕਰਦੇ ਹੋ ਕਿ ਸਜ਼ਾ ਹੋਣੀ ਚਾਹੀਦੀ ਹੈ ਅਨਮੋਲ रतन सिद्धू? देखो, सबसे बड़ी बात यह है कि किसी पूरी बिरादरी के बारे में इतनी मतलब बद्दी बात करना पढ़े लिखे आदमी का 75 साल देश की आज़ादी के होने का है, और आज भी इन लोगों के दिमाग में शेड्यूल्ड कास्ट के लिए या दूसरे दो दलित वर्ग के लोग हैं, उनकी ये मानसिकता है इन लोगों की। और वो आदमी जो इतना जिम्मेदार है उसने ये बातें नहीं कहनी चाहिए इस तरह की। जिस समाज में, हालांकि मैं साधु संतों को किसी कास्ट के बीच में नहीं बांध सकता, कबीर जी को हम सीमित नहीं कर सकते। जिस समाज में कबीर दिए हों, जिस समाज में भगवान वाल्मीकि दिए, जो जिस समाज में रविदास जी, जिस समाज में अम्बेडकर जैसे महान आदमी पैदा हुए, उनकी एफिशिएंसी पर आप सवाल उठाते हैं, ये बिल्कुल गलत है। उन्होंने बिल्कुल, और उन्होंने अब तक मेरे ख्याल में कोई माफ़ी भी नहीं मांगी है इस तरह से। तो ये बनता है पूरी बिरादरी को ऐसा कहना। ठीक है, हर समाज में अच्छे बुरे लोग होते हैं, लेकिन पूरी बिरादरी के लिए, 42 बिरादरी के लिए ये कहना कि ये लोग एफिशिएंट नहीं है, जबकि वो वकील भी हैं, डॉक्टर भी है। आज आपने देखा प्रेस कॉन्फ्रेंस में जितने बैठे थे सारे के सारे पढ़े लिखे। मैं प्रोफेसर हूँ, पीएचडी हूँ, एसोसिएट प्रोफेसर हूँ, एडवोकेट साहब हैं, तो आप कैसे किसी को क्या कह सकते हैं? तो ऐसा उनको नहीं कहना चाहिए था। और बिल्कुल ये संघर्ष मोर्चा बना है, हालांकि ये इससे पहले इस तरह की कोई बात नहीं आई थी। उनकी एक बात ने, एक जबान ने जो है ये सारे दलितों को इकट्ठा कर दिया। और अब अगली जो कार्रवाई होगी, हमारे पास वकील भी हैं, डॉक्टर भी हैं, प्रोफेसर भी हैं, सारे हैं, हम मिलकर फैसला करेंगे हम किस तरह की कार्रवाई वहाँ चलानी है। ਤੁਸੀਂ ਕੀ ਮੰਗ ਕਰਦੇ ਹੋ ਕਰ? हम तो जो मैं ये एजी का मसला लेकर चला हुआ हूँ, पहली मांग तो ये है कि एजी ऑफिस में 50% एससी और ओबीसी के लगने चाहिए, क्योंकि 70% की आबादी है एससी और ओबीसी की पंजाब में। 50% तो उनका लीगल राइट है, क्योंकि 50% से ज़्यादा एससी और ओबीसी को नहीं दिया जा सकता, एक कानूनी वो है। हालांकि सरकार ने जनरल के लिए भी अब 10% वीकर जनरल सेक्शन के लिए भी रख दी। चलो हम उसको भी अपार्ट फ्रॉम दैट वी डिमांड दैट वी शुड बी गिवन दी 50% रिजर्वेशन इन एज ऑफिस। सजा वी डिमांड टू टेक एक्शन अंडर द प्रोविजन ऑफ द प्रिवेंशन ऑफ एट्रोसिटी एक्ट 89, because they cannot blame us, they cannot defame us, they cannot declare us as inefficient or incompetent, whatever he has written in the advice, and he has no right to give an adverse comment on our ability, on our sincerity, on our honesty. It is a big block on our community, so it should be taken as a atrocity. ਵਕੀਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਜਿਹੜਾ ਸੰਯੁਕਤ ਜਿਹੜਾ ਇੱਕ ਮੋਰਚਾ ਬਣਿਆ, ਸੰਘਰਸ਼ ਮੋਰਚਾ ਬਣਿਆ, ਡਾਕਟਰ ਅੰਬੇਦਕਰ ਸੰਯੁਕਤ ਸੰਘਰਸ਼ ਮੋਰਚਾ ਬਣਾਇਆ ਗਿਆ, ਉਸਦੇ तमाम ਮੈਂਬਰਾਂ ਅਸੀਂ ਗੱਲਬਾਤ ਕੀਤੀ ਹੈ, ਐਡਵੋਕੇਟ ਸਾਹਿਬ ਨਾਲ ਗੱਲਬਾਤ ਕੀਤੀ ਹੈ, ਜਿਹੜੇ ਪ੍ਰਧਾਨ ਸਾਹਿਬ ਹੈ, ਚੇਅਰਮੈਨ ਨੇ, ਸਭ ਨਾਲ ਗੱਲ ਕੀਤੀ ਹੈ ਕਿ ਇਹ ਮੋਰਚਾ ਕਿਸ ਲਈ ਬਣਿਆ, ਕੀ ਇਹਦੇ ਐਕਸ਼ਨ ਪਲਾਨ ਰਹਿਣਗੇ। ਸੋ ਤੁਸੀਂ ਦੇਖ ਰਹੇ ਟੀਵੀ ਪੰਜਾਬ, ਮੈਨੂੰ ਦਿਓ ਜਸਪ੍ਰੀਤ ਸਿੰਘ ਅਸ਼ਕ ਨੂੰ ਇਜਾਜ਼ਤ, ਧੰਨਵਾਦ।